ਹਾਈ ਲੈਵਲ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸੂਬਾ ਸਰਕਾਰਾਂ ਨੂੰ ਅਪੀਲ, ਕਿਹਾ ਹਲੇ ਖਤਮ ਨਹੀਂ ਹੋਇਆ ਕਰੋਨਾ, ਨਜਿੱਠਣ ਦੇ ਲਈ ਰਹੋ ਤਿਆਰ, ਜਨਤਕ ਥਾਵਾਂ ਦੇ ਉੱਤੇ ਮਾਸਕ ਪਾਉਣਾ ਕਰੋ ਲਾਜ਼ਮੀ। ਕੋਰੋਨਾ ਦੇ ਖਤਰੇ ਨੂੰ ਲੈ ਕੇ ਪੰਜਾਬ ਸਰਕਾਰ ਵੀ ਅਲਰਟ, ਸੀਐਮ ਮਾਨ ਕੱਲ ਕਰਨਗੇ ਉੱਚ ਪੱਧਰੀ ਮੀਟਿੰਗ, ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕਰਨਗੇ ਸਮੀਖਿਆ। ਕੋਰੋਨਾ ਦੇ ਵੱਧਦੇ ਖਤਰੇ ਨੂੰ ਲੈ ਕੇ ਆਈਐਮਏ ਦੇ ਵੱਲੋਂ ਹਦਾਇਤਾਂ ਜਾਰੀ, ਜਨਤਕ ਥਾਵਾਂ ਦੇ ਉੱਤੇ ਮਾਸਕ ਪਾਉਣ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਨੂੰ ਕਿਹਾ, ਜਨਤਕ ਸਮਾਗਮਾਂ ਦੇ ਵਿੱਚ ਜਾਣ ਤੋਂ ਵੀ ਪਰਹੇਜ਼ ਕਰਨ ਦੀ ਸਲਾਹ। ਸਿਹਤ ਮੰਤਰੀ ਦੀ ਚਿੱਠੀ ਦੇ ਉੱਤੇ ਰਾਹੁਲ ਗਾਂਧੀ ਦਾ ਜਵਾਬ, ਕਿਹਾ ਭਾਰਤ ਜੋੜੋ ਯਾਤਰਾ ਰੋਕਣ ਦੀ ਕੀਤੀ ਜਾ ਰਹੀ ਸਾਜ਼ਿਸ਼, ਕੋਵਿਡ ਨੂੰ ਦੱਸਿਆ ਬਹਾਨਾ, ਕਿਹਾ ਸਾਡੀ ਯਾਤਰਾ ਤੋਂ ਡਰੇ ਨੇ ਵਿਰੋਧੀ। ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੀ ਮੀਟਿੰਗ ਦੇ ਵਿੱਚ ਜ਼ਬਰਦਸਤ ਹੰਗਾਮਾ, ਮਾਹੌਲ ਵਿਗੜਦਾ ਦੇਖ ਮੇਅਰ ਨੇ ਸੱਦੇ ਮਾਰਸ਼ਲ, ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਮੀਟਿੰਗ ਦੇ ਵਿੱਚੋਂ ਕੱਢਿਆ ਗਿਆ ਬਾਹਰ, ਤਾਂ ਆਮ ਆਦਮੀ ਪਾਰਟੀ ਨੇ ਮਾਰਸ਼ਲਾਂ ਨੂੰ ਦੱਸਿਆ ਬੀਜੇਪੀ ਦੇ ਗੁੰਡੇ। ਮੂਸੇਵਾਲਾ ਕਤਲ ਕੇਸ ਦੇ ਵਿੱਚ ਦੂਜੀ ਚਾਰਜਸ਼ੀਟ ਦਾਖਲ, 7 ਹੋਰ ਮੁਲਜ਼ਮਾਂ ਦੇ ਖਿਲਾਫ ਦਾਇਰ ਹੋਈ ਚਾਰਜਸ਼ੀਟ, ਮੂਸੇਵਾਲਾ ਕਤਲ ਮਾਮਲੇ 'ਚ 31 ਮੁਲਜ਼ਮ ਨੇ ਨਾਮਜ਼ਦ। ਸੰਸਦ ਦੇ ਵਿੱਚ ਗੂੰਜਿਆ ਸ਼੍ਰੀ ਅਨੰਦਪੁਰ ਸਾਹਿਬ ਦਾ ਮੁੱਦਾ, ਰਾਘਵ ਚੱਡਾ ਨੇ ਕੀਤੀ ਹੈਰੀਟੇਜ ਸਿਟੀ ਐਲਾਨੇ ਜਾਣ ਦੀ ਮੰਗ। 24 ਦਸੰਬਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਮੈਗਾ ਪੀਟੀਐਮ, ਮੁੱਖ ਮੰਤਰੀ ਮਾਨ ਦਾ ਮਾਪਿਆਂ ਨੂੰ ਸੱਦਾ, ਕਿਹਾ ਸਰਕਾਰੀ ਮੁਲਾਜ਼ਮਾਂ ਨੂੰ ਵੀ 2 ਘੰਟੇ ਹੋਵੇਗੀ ਛੁੱਟੀ। ਪੰਜਾਬ ਦੇ ਵਿੱਚ ਸਕੂਲਾਂ ਦੇ ਬੰਦ ਹੋਣ ਦਾ ਸਮਾਂ ਮੁੜ ਬਦਲਿਆ, ਪ੍ਰਾਇਮਰੀ ਸਕੂਲ ਦੁਪਹਿਰ 3 ਵਜੇ ਤੱਕ ਰਹਿਣਗੇ ਖੁੱਲੇ, ਤਾਂ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ 3:20 ਦੇ ਉੱਤੇ ਹੋਵੇਗੀ ਛੁੱਟੀ। ਸਤਿ ਸ੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਗੱਲ ਅੱਜ ਕਰਾਂਗੇ ਕੋਰੋਨਾ ਦੀ। ਕੋਰੋਨਾ ਦਾ ਜ਼ਿਕਰ ਇੱਕ ਵਾਰ ਫਿਰ ਤੋਂ ਕਿਉਂ ਹੋ ਰਿਹਾ ਹੈ? ਇਸ ਦੀ ਵਜ੍ਹਾ ਹੈ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਖਤਰਾ। ਕੋਰੋਨਾ ਦਾ ਜ਼ਿਕਰ ਇਸ ਕਰਕੇ ਵੀ ਹੋ ਰਿਹਾ ਹੈ ਕਿਉਂਕਿ ਉਸ ਵੇਰੀਐਂਟ ਨੇ ਚੀਨ ਦੇ ਵਿੱਚ ਤਬਾਹੀ ਮਚਾਈ ਹੈ, ਤੇ ਜਿਹੜੇ ਜਾਣਕਾਰ ਨੇ, ਐਕਸਪਰਟਸ ਨੇ, ਚੀਨ ਦੇ ਵਿੱਚ ਜ਼ਿਕਰ ਕਰ ਰਹੇ ਨੇ ਕਿ ਜੇਕਰ ਇਸੇ ਰਫ਼ਤਾਰ ਦੇ ਨਾਲ ਕੋਰੋਨਾ ਵੱਧਦਾ ਰਿਹਾ ਤਾਂ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਕਰੀਬ 80 ਕਰੋੜ ਲੋਕ ਚੀਨ ਦੇ ਵਿੱਚ ਕੋਰੋਨਾ ਪ੍ਰਭਾਵਿਤ ਹੋ ਸਕਦੇ ਨੇ। ਤੇ ਜੇਕਰ ਇੱਕ ਦੇਸ਼ ਦੇ ਵਿੱਚ, ਜੋ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ, ਜੋ ਉੱਥੇ ਇੰਨੀ ਵੱਡੀ ਤਾਦਾਦ ਦੇ ਵਿੱਚ ਲੋਕ ਕੋਰੋਨਾ ਪੋਜ਼ਿਟਿਵ ਹੋ ਜਾਂਦੇ ਨੇ, ਤਾਂ ਉਸ ਦਾ ਅਸਰ ਲਾਜ਼ਮੀ ਤੌਰ ਤੇ ਪੂਰੀ ਦੁਨੀਆ ਦੇ ਵਿੱਚ ਨਜ਼ਰ ਆ ਸਕਦਾ ਹੈ। ਇੱਥੋਂ ਤੱਕ ਵੀ ਕਿਹਾ ਗਿਆ ਹੈ ਕਿ ਕੋਰੋਨਾ ਦੀ ਵਜ੍ਹਾ ਦੇ ਨਾਲ 2 ਮਿਲੀਅਨ ਲੋਕਾਂ ਦੀ ਮੌਤ ਵੀ ਹੋ ਸਕਦੀ ਹੈ, ਜਿਸ ਤਰੀਕੇ ਨਾਲ ਚੀਨ ਦੇ ਵਿੱਚ BF.7 ਵੇਰੀਐਂਟ ਫੈਲ ਰਿਹਾ ਹੈ। ਇਸ ਕਰਕੇ ਜ਼ਿਕਰ ਤੇ ਸ਼ੁਰੂਆਤ ਅੱਜ ਪ੍ਰਾਈਮ ਟਾਈਮ ਦੀ ਕੋਰੋਨਾ ਤੋਂ। ਜੀ ਹਾਂ, ਜ਼ਿਕਰ ਇਸ ਕਰਕੇ ਵੀ ਕੀਤਾ ਜਾ ਰਿਹਾ ਕਿਉਂਕਿ ਕੋਰੋਨਾ ਅਜੇ ਜ਼ਿੰਦਾ ਹੈ। ਸ਼ਾਇਦ ਆਪਾਂ ਨੂੰ ਲੱਗ ਰਿਹਾ ਹੋਵੇ ਕਿ ਕੋਰੋਨਾ ਨਿਕਲ ਗਿਆ, ਜਾਂ ਪਹਿਲਾਂ ਜਦੋਂ ਆਪਾਂ ਬਹੁਤ ਪਰਹੇਜ਼ ਕਰ ਰਹੇ ਸੀ, ਬਹੁਤ ਸਾਰੇ ਲੋਕ ਇਹ ਵੀ ਗੱਲ ਕਰਦੇ ਨੇ ਕਿ ਨਹੀਂ ਉਸ ਸਮੇਂ ਵੀ ਕੁਝ ਨਹੀਂ ਸੀ ਕੋਰੋਨਾ, ਪਰ ਸਿਹਤ ਤੋਂ ਉੱਤੇ ਕੁਝ ਵੀ ਨਹੀਂ ਹੁੰਦਾ, ਔਰ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਤਿਆਤ ਵਰਤਣ ਦੀ ਸਲਾਹ ਤੇ ਅਪੀਲ ਕੀਤੀ ਜਾ ਰਹੀ ਹੈ। ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਵੱਡੀ ਖਬਰ ਦੇ ਨਾਲ। ਦੇਸ਼ ਦੇ ਪ੍ਰਧਾਨ ਮੰਤਰੀ ਵੀ ਗੰਭੀਰ ਨੇ। ਕੋਰੋਨਾ ਦੇ ਕੇਸਿਸ ਜਿਸ ਤਰੀਕੇ ਨਾਲ BF.7 ਇੱਕ ਵੇਰੀਐਂਟ ਨਿਕਲਿਆ ਤੇ ਉਸ ਦੇ ਕੇਸਿਸ ਜੋ ਵੱਧ ਰਹੇ ਨੇ, ਕੋਰੋਨਾ ਨੂੰ ਲੈ ਕੇ ਹਰਕਤ ਦੇ ਵਿੱਚ ਕੇਂਦਰ ਦੀ ਸਰਕਾਰ, ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਹਾਈ ਲੈਵਲ ਮੀਟਿੰਗ ਕੀਤੀ ਗਈ, ਕੋਰੋਨਾ ਦੀ ਸਥਿਤੀ ਦੇ ਉੱਤੇ ਸਮੀਖਿਆ ਕੀਤੀ ਗਈ, ਤੇ ਪ੍ਰਧਾਨ ਮੰਤਰੀ ਨੇ ਬਾਅਦ ਦੇ ਵਿੱਚ ਇੱਕ ਬਿਆਨ ਜਾਰੀ ਕੀਤਾ ਤੇ ਕਿਹਾ ਕਿ ਕੋਰੋਨਾ ਹਜੇ ਖਤਮ ਨਹੀਂ ਹੋਇਆ, ਸੂਬਾ ਸਰਕਾਰਾਂ ਤਿਆਰ ਰਹਿਣ, ਮਾਸਕ ਪਾਉਣਾ ਲਾਜ਼ਮੀ ਕਰੋ, ਇਹ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਕਿਹਾ ਗਿਆ। ਖੈਰ, ਕੇਂਦਰ ਦੀ ਸਰਕਾਰ ਇਸ ਸਮੇਂ ਸਾਫ਼ ਤੌਰ ਦੇ ਉੱਤੇ ਐਕਟਿਵ ਨਜ਼ਰ ਆ ਰਹੀ ਹੈ, ਤੇ ਜ਼ਿਕਰ ਕੇਂਦਰ ਦੀ ਸਰਕਾਰ ਦੇ ਵੱਲੋਂ ਮੀਟਿੰਗ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਵੱਲੋਂ ਕੀਤਾ ਗਿਆ ਹੈ ਕਿ ਕੋਰੋਨਾ ਦੇ ਕੇਸਿਸ ਵੱਧ ਸਕਦੇ ਨੇ, ਔਰ ਜ਼ਰੂਰੀ ਹੁੰਦਾ ਹੈ ਕਿ ਸਮਾਂ ਰਹਿੰਦੇ ਹੀ ਤੁਸੀਂ ਇਹਤਿਆਤ ਦੇ ਤੌਰ ਦੇ ਉੱਤੇ ਵੱਡੇ ਕਦਮ ਚੁੱਕੋ। ਤਾਂ ਪ੍ਰਧਾਨ ਮੰਤਰੀ ਦੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ, ਸਮੀਖਿਆ ਹੋਈ ਹੈ, ਔਰ ਜ਼ਿਕਰ ਇਹੀ ਹੋ ਰਿਹਾ ਹੈ ਕਿ ਸੂਬਾ ਸਰਕਾਰਾਂ ਵੀ ਬਿਲਕੁਲ ਰੈਡੀ ਰਹਿਣ। ਭਾਰਤ ਵਿੱਚ ਕੋਰੋਨਾ ਅਲਰਟ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਈ ਲੈਵਲ ਰਿਵਿਊ ਮੀਟਿੰਗ ਖਤਮ ਹੋਈ।
ਮੀਟਿੰਗ ਦੇ ਵਿੱਚ ਗ੍ਰਹਿ ਅਤੇ ਸਿਹਤ ਮੰਤਰਾਲੇ ਦੇ ਨਾਲ-ਨਾਲ ਕਈ ਹੋਰਨਾਂ ਮੰਤਰਾਲੇ ਦੇ ਮੰਤਰੀ ਅਤੇ ਅਧਿਕਾਰੀ ਵੀ ਸ਼ਾਮਿਲ ਹੋਏ। ਇਸ ਵਿੱਚ ਨੀਤੀ ਆਯੋਗ ਦੇ CEO ਵੀ ਸ਼ਾਮਿਲ ਹੋਏ ਸਨ। ਮੀਟਿੰਗ ਤਕਰੀਬਨ 2 ਘੰਟਿਆਂ ਤੱਕ ਚੱਲੀ। ਇਸ ਮੀਟਿੰਗ ਦੌਰਾਨ ਕਈ ਅਹਿਮ ਬਿੰਦੂਆਂ ਤੇ ਚਰਚਾ ਹੋਈ। ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨੇ ਸਪਸ਼ਟ ਕਿਹਾ ਕਿ ਕੋਵਿਡ ਅਜੇ ਮੁੱਕਿਆ ਨਹੀਂ, ਇਸ ਦੇ ਲਈ ਸਖਤ ਨਿਗਰਾਨੀ ਰੱਖੇ ਜਾਣ ਦੀ ਲੋੜ ਹੈ। ਕੌਮਾਂਤਰੀ ਹਵਾਈ ਅੱਡਿਆਂ ਤੇ ਨਿਗਰਾਨੀ ਪ੍ਰਕਿਰਿਆ ਸਖਤ ਕੀਤੇ ਜਾਣ ਦੇ ਬਾਰੇ ਵੀ ਪ੍ਰਧਾਨ ਮੰਤਰੀ ਨੇ ਖਾਸ ਹਦਾਇਤ ਦਿੱਤੀ। ਪ੍ਰਧਾਨ ਮੰਤਰੀ ਨੇ ਖਾਸ ਤੌਰ ਤੇ ਕਿਹਾ ਕਿ ਕੋਵਿਡ ਸੰਬੰਧੀ ਮੁੱਢਲੇ ਢਾਂਚੇ ਨੂੰ ਪੂਰੀ ਤਰ੍ਹਾਂ ਤਿਆਰ ਰੱਖਿਆ ਜਾਵੇ। ਫਿਰ ਬੇਸ਼ੱਕ ਗੱਲ ਮਨੁੱਖੀ ਵਸੀਲਿਆਂ ਦੀ ਹੋਵੇ, ਤਕਨੀਕ ਦੀ ਜਾਂ ਆਪਰੇਸ਼ਨਲ ਤਿਆਰੀਆਂ ਦੀ, ਹਰ ਪਾਸੇ ਮੁਕੰਮਲ ਤੌਰ ਤੇ ਤਿਆਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਹਦਾਇਤ ਦਿੱਤੀ ਕਿ ਆਕਸੀਜਨ ਸਿਲੰਡਰਾਂ, ਵੈਂਟੀਲੇਟਰਾਂ ਅਤੇ PSA ਪਲਾਂਟਸ ਦੀ ਕੋਈ ਘਾਟ ਨਾ ਹੋਵੇ। ਇਸ ਦੇ ਨਾਲ ਹੀ ਆਬਾਦੀ ਵਿੱਚ ਕੋਵਿਡ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਪ੍ਰਧਾਨ ਮੰਤਰੀ ਦੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਟੈਸਟਿੰਗ ਦੇ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਨੇ। ਇਸ ਦੇ ਨਾਲ ਹੀ ਜੀਨੋਮਿਕ ਸੀਕੁਐਂਸਿੰਗ ਦੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕੀਤੇ ਜਾਣ ਦੀ ਲੋੜ ਤੇ ਵੀ ਜ਼ੋਰ ਦਿੱਤਾ ਗਿਆ ਹੈ। ਸੂਬਿਆਂ ਨੂੰ ਵੱਡੀ ਗਿਣਤੀ ਵਿੱਚ ਕੋਵਿਡ ਸੈਂਪਲ ਲਏ ਜਾਣ ਅਤੇ ਟੈਸਟਿੰਗ ਰਿਪੋਰਟ ਨੂੰ ਕੇਂਦਰ ਤੱਕ ਭੇਜਣ ਦੀ ਹਦਾਇਤ ਦਿੱਤੀ ਗਈ ਹੈ। ਸਿਰਫ ਸਰਕਾਰਾਂ ਤੇ ਅਧਿਕਾਰੀਆਂ ਹੀ ਨਹੀਂ, ਪ੍ਰਧਾਨ ਮੰਤਰੀ ਨੇ ਆਮ ਲੋਕਾਂ ਨੂੰ ਵੀ ਇਸ ਹਾਲਾਤ ਦੇ ਲਈ ਕੁਝ ਹਦਾਇਤਾਂ ਅਤੇ ਕੁਝ ਨਿਯਮ ਕਾਇਦੇ ਕਾਨੂੰਨ ਅਪਣਾਉਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਆਮ ਲੋਕਾਂ ਨੂੰ ਕੋਵਿਡ ਸੰਬੰਧੀ ਵਿਵਹਾਰ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਖਾਸ ਕਰਕੇ ਆਉਂਦੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਧਿਆਨ ਰੱਖਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜ਼ੁਰਗਾਂ ਅਤੇ ਸਿਹਤ ਪੱਖੋਂ ਕਮਜ਼ੋਰ ਲੋਕਾਂ ਨੂੰ ਕੋਵਿਡ ਦੀ ਦੋਵੇਂ ਡੋਜ਼ ਦੇ ਨਾਲ-ਨਾਲ ਬੂਸਟਰ ਡੋਜ਼ ਵੀ ਲਗਵਾਈ ਜਾਵੇ। ਪ੍ਰਧਾਨ ਮੰਤਰੀ ਨੂੰ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਅਧਿਕਾਰੀਆਂ ਅਤੇ ਕੇਂਦਰੀ ਮੰਤਰੀਆਂ ਨੇ ਦੱਸਿਆ ਕਿ ਦਵਾਈਆਂ, ਵੈਕਸੀਨ ਅਤੇ ਹਸਪਤਾਲ ਵਿੱਚ ਬੈੱਡ ਦੀ ਕੋਈ ਘਾਟ ਨਹੀਂ ਹੈ। ਇਸ ਤੇ ਪ੍ਰਧਾਨ ਮੰਤਰੀ ਨੇ ਸੰਬੰਧਿਤ ਮੰਤਰਾਲਿਆਂ ਤੇ ਮਹਿਕਮਿਆਂ ਨੂੰ ਹਦਾਇਤ ਕੀਤੀ ਕਿ ਦਵਾਈਆਂ ਅਤੇ ਵੈਕਸੀਨ ਦੀ ਉਪਲਬਧਤਾ ਅਤੇ ਇਹਨਾਂ ਦੀ ਕੀਮਤ ਤੇ ਵੀ ਲਗਾਤਾਰ ਨਜ਼ਰ ਰੱਖੀ ਜਾਵੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਕਰੋਨਾ ਵਾਇਰਸ ਨੂੰ ਲੈ ਕੇ ਹਾਈ ਲੈਵਲ ਮੀਟਿੰਗ ਹੋਈ ਹੈ ਤੇ ਇਸ ਮੀਟਿੰਗ ਦੇ ਵਿੱਚ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਔਰ ਬਾਕੀ ਜਿਹੜੇ ਸੂਬੇ ਨੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਇਹ ਕਿਹਾ ਗਿਆ ਕਿ ਤੁਸੀਂ ਵੀ ਅਲਰਟ ਰਹੋ, ਤਿਆਰ ਰਹੋ। ਉਧਰ ਕਰੋਨਾ ਵਾਇਰਸ ਦਾ ਖਤਰਾ ਅਜੇ ਵੀ ਮੰਡਰਾ ਰਿਹਾ ਹੈ। ਕਈ ਦੇਸ਼ਾਂ ਦੇ ਵਿੱਚ ਕਰੋਨਾ ਦੇ ਕੇਸ ਮੁੜ ਤੋਂ ਵਧਣ ਲੱਗੇ ਨੇ ਤੇ ਹੁਣ ਭਾਰਤ ਦੇ ਵਿੱਚ ਵੀ ਇਸ ਦੇ ਨਾਲ ਨਜਿੱਠਣ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਕੋਰੋਨਾ ਵਾਇਰਸ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ। ਕੋਵਿਡ ਦਾ ਨਵਾਂ ਵੇਰੀਐਂਟ BF7 ਹੋਰ ਵਧੇਰੇ ਖਤਰਨਾਕ ਸਾਬਿਤ ਹੋ ਰਿਹਾ ਹੈ। ਚੀਨ ਦੇ ਵਿੱਚ ਵੱਧਦੇ ਕੋਵਿਡ ਕੇਸਾਂ ਤੋਂ ਬਾਅਦ ਹੁਣ ਸਾਰੇ ਮੁਲਕ ਇਸ ਨੂੰ ਲੈ ਕੇ ਚਿੰਤਤ ਨੇ। ਚੀਨ, ਜਾਪਾਨ, ਅਮਰੀਕਾ, ਸਾਊਥ ਕੋਰੀਆ ਤੇ ਬ੍ਰਾਜ਼ੀਲ ਦੇ ਵਿੱਚ ਮੁੜ ਤੋਂ ਕੋਵਿਡ ਕੇਸ ਵਧਣ ਲੱਗੇ ਨੇ। ਭਾਰਤ ਦੇ ਵਿੱਚ ਵੀ BF7 ਵੇਰੀਐਂਟ ਦੇ 4 ਕੇਸ ਆ ਚੁੱਕੇ ਨੇ, ਜਿਸ ਤੋਂ ਬਾਅਦ ਕੇਂਦਰ ਤੇ ਸੂਬਾ ਸਰਕਾਰਾਂ ਨੇ ਇਸ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। PM ਮੋਦੀ ਤੋਂ ਲੈ ਕੇ ਸੂਬਿਆਂ ਦੇ ਮੁੱਖ ਮੰਤਰੀ ਹਾਲਾਤ ਦੀ ਸਮੀਖਿਆ ਕਰ ਰਹੇ ਨੇ। रिस्पायरेटरी हाइजीन का ख्याल रखना और सामाजिक दूरी बनाए रखने की जागरूकता लानी चाहिए। राज्यों को कोविड वैक्सीन की प्रिकॉशन डोज बढ़ाने पर और लोगों को प्रिकॉशन डोज की अहमियत के प्रति जागरूकता लाने के लिए भी कदम उठाना चाहिए। अंतर्राष्ट्रीय हवाई अड्डे पर विदेश से आने वाले हवाई यात्रियों के 2% कोविड RT-PCR रैंडम सैंपलिंग भी आज शुरू कर दी गई है। ਪੰਜਾਬ ਸਰਕਾਰ ਵੀ ਕੋਵਿਡ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਾਰੇ ਜ਼ਿਲ੍ਹਿਆਂ 'ਚ ਦੇਖਭਾਲ ਯੂਨਿਟ ਬਣਾਏ ਗਏ ਨੇ। ਸਾਡੇ ਵੱਲੋਂ ਜਿਹੜੀ ਕੋਰੋਨਾ ਦੇ ਲਈ ਲੜਨ ਵਾਸਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਹਰ ਇੱਕ ਤਿਆਰੀ ਦੀ ਜਿਹੜੀ ਆ ਉਹ ਕੀਤੀ ਗਈ ਹੈ। ਸੋ ਅਸੀਂ ਕੋਈ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਇਦਾਂ ਦੀ ਨਹੀਂ ਆਉਂਦੀ। ਚੰਡੀਗੜ੍ਹ 'ਚ ਤਾਂ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੇ ਆਉਂਦੇ ਹੀ ਰੈਪਿਡ ਟੈਸਟ ਦੇ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। हमने प्रिकॉशन के तौर पे जो टेस्टिंग है उसको बढ़ा दिया है। पहले करीब 100 के करीब टेस्ट डेली हो रहे थे, अब हमने ये लक्ष्य निर्धारित किया है कि हम करीब 500-600 टेस्ट डेली करेंगे और ज़रूरत पड़ेगी उसको और थोड़ा बढ़ाएंगे। और इसके लिए हमने सेक्टर 16, सेक्टर 32 में जो हमारे पेशेंट्स आ रहे हैं OPD में, जिनको खांसी, जुकाम, बुखार टाइप की सिम्टम्स हैं, उन सबका RT-PCR करेंगे। जिन लोगों को इमरजेंसी में जो आ रहे हैं उनका RT-PCR टेस्ट किया जाएगा। BF7 ਵੇਰੀਐਂਟ ਨੇ ਚੀਨ 'ਚ ਤਬਾਹੀ ਮਚਾ ਰੱਖੀ ਹੈ। ਬੁਖਾਰ, ਖਾਂਸੀ, ਗਲੇ 'ਚ ਖਰਾਸ਼, ਨੱਕ ਵਹਿਣਾ, ਕਮਜ਼ੋਰੀ ਤੇ ਥਕਾਵਟ ਇਸ ਦੇ ਲੱਛਣ ਨੇ। ਇਹ ਵਾਇਰਸ ਦੂਸਰੇ ਵੇਰੀਐਂਟਸ ਤੋਂ ਜ਼ਿਆਦਾ ਖਤਰਨਾਕ ਹੈ ਤੇ ਇੱਕੋ ਸਮੇਂ ਤੇ 10 ਤੋਂ 18 ਲੋਕਾਂ ਨੂੰ ਇਨਫੈਕਟ ਕਰ ਸਕਦਾ ਹੈ।
ਜੋ ਡੈਲਟਾ ਤੇ ਅਲਫਾ ਵੇਰੀਐਂਟ ਤੋਂ ਕਿਤੇ ਜ਼ਿਆਦਾ ਹੈ। BF7 ਵੇਰੀਐਂਟ ਤੇਜ਼ੀ ਨਾਲ ਫੈਲਦਾ ਹੈ। ਇੱਕ ਮਰੀਜ਼ ਤੋਂ 10 ਤੋਂ 18 ਲੋਕਾਂ ਤੱਕ ਫੈਲ ਸਕਦਾ ਹੈ। ਸਾਹ ਲੈਣ ਦੀ ਪ੍ਰਕਿਰਿਆ ਤੇ ਅਸਰ ਪਾਉਂਦਾ ਹੈ। ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਤੇ ਵੀ ਅਸਰ ਪਾਉਂਦਾ ਹੈ। ਭਾਵੇਂ ਅਜੇ ਭਾਰਤ ਦੇ ਵਿੱਚ ਇਸ ਵੇਰੀਐਂਟ ਦੇ 4 ਹੀ ਕੇਸ ਆਏ ਨੇ, ਪਰ ਇਸ ਨੂੰ ਲੈ ਕੇ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ। ਜਲਦ ਹੀ 에ਅਰਪੋਰਟਸ ਤੇ ਵੀ ਰੈਂਡਮ ਸੈਂਪਲਿੰਗ ਸ਼ੁਰੂ ਕੀਤੀ ਜਾਏਗੀ ਤਾਂ ਕਿ ਇਸ ਖਤਰੇ ਤੋਂ ਬਚਿਆ ਜਾ ਸਕੇ। ਬਿਊਰੋ ਰਿਪੋਰਟ, ਨਿਊਜ਼ 18। ਤਾਂ ਕਰੋਨਾ ਦੇ ਕੇਸਿਸ ਜਿਸ ਤਰੀਕੇ ਨਾਲ ਦੁਨੀਆ ਦੇ ਵਿੱਚ ਵੱਧ ਰਹੇ ਨੇ, ਉਸ ਨੂੰ ਦੇਖ ਕੇ ਇਸ ਸਮੇਂ ਭਾਰਤ ਦੇ ਵਿੱਚ ਵੀ ਇਹਤਿਆਤਨ ਕਦਮ ਤਾਂ ਚੁੱਕੇ ਜਾ ਰਹੇ ਨੇ। ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਇੱਕ ਹਾਈ ਲੈਵਲ ਮੀਟਿੰਗ ਕੀਤੀ ਜਾਵੇਗੀ। ਅੱਗੇ ਵਧਦਿਆਂ ਸਿਆਸਤ ਵੀ ਕਰੋਨਾ ਨੂੰ ਲੈ ਕੇ ਸ਼ੁਰੂ ਹੋ ਗਈ ਹੈ। ਕੇਂਦਰੀ ਸਿਹਤ ਮੰਤਰੀ ਨੇ ਕਰੋਨਾ ਦੇ ਉੱਤੇ ਭਾਰਤ ਜੋੜੋ ਯਾਤਰਾ ਦੇ ਮਸਲੇ ਤੇ ਰਾਹੁਲ ਗਾਂਧੀ ਨੂੰ ਚਿੱਠੀ ਲਿਖੀ। ਉਹ ਸਿਆਸੀ ਮੁੱਦਾ ਬਣ ਗਈ। ਰਾਹੁਲ ਗਾਂਧੀ ਨੇ ਚਿੱਠੀ ਦੇ ਪਿੱਛੇ ਬੀਜੇਪੀ ਦਾ ਡਰ ਦੱਸਿਆ ਤਾਂ ਬੀਜੇਪੀ ਨੇ ਵੀ ਰਾਹੁਲ ਨੂੰ ਸਿਆਸਤ ਕਰਨ ਦੀ ਥਾਂ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਦਾ ਪਾਠ ਪੜਾਉਣ ਦੀ ਕੋਸ਼ਿਸ਼ ਕੀਤੀ। ਕੇਂਦਰ ਸਰਕਾਰ ਕਰੋਨਾ ਦੇ ਨਾਲ ਨਜਿੱਠਣ ਦੇ ਲਈ ਤਿਆਰੀਆਂ ਕਰ ਰਹੀ ਹੈ ਤੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ, ਦੋਵੇਂ ਧਿਰਾਂ ਆਪੋ ਆਪਣੇ ਮਿਸ਼ਨ ਤੇ ਨੇ। ਕੇਂਦਰੀ ਸਿਹਤ ਮੰਤਰੀ ਨੇ ਕਰੋਨਾ ਦੇ ਖਤਰੇ ਨੂੰ ਦੇਖਦਿਆਂ ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਰੋਕਣ ਦੇ ਲਈ ਚਿੱਠੀ ਲਿਖੀ, ਪਰ ਰਾਹੁਲ ਗਾਂਧੀ ਨੂੰ ਇਸ ਚਿੱਠੀ ਦੇ ਪਿੱਛੇ ਸਿਆਸੀ ਸਾਜ਼ਿਸ਼ ਨਜ਼ਰ ਆਉਂਦੀ ਹੈ। ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਕਿ ਕੋਵਿਡ ਦਾ ਬਹਾਨਾ ਹੈ, ਅਸਲ ਦੇ ਵਿੱਚ ਸਰਕਾਰ ਯਾਤਰਾ ਰੋਕਣਾ ਚਾਹੁੰਦੀ ਹੈ ਕਿਉਂਕਿ ਇਸ ਯਾਤਰਾ ਦੇ ਨਾਲ ਬੀਜੇਪੀ ਦੇ ਅੰਦਰ ਡਰ ਪੈਦਾ ਹੋ ਗਿਆ ਹੈ, ਜਦਕਿ ਬੀਜੇਪੀ ਦਾ ਕਹਿਣਾ ਹੈ ਕਿ ਸਾਨੂੰ ਰਾਹੁਲ ਦੀ ਯਾਤਰਾ ਦੇ ਨਾਲ ਕੋਈ ਪ੍ਰੋਬਲਮ ਨਹੀਂ, ਪਰ ਕਰੋਨਾ ਨੂੰ ਲੈ ਕੇ प्रोटोकॉल फॉलो होना चाहिए। मतलब अब देखिए, अब यात्रा को रोकने के लिए बहाने बन रहे हैं। मास्क पहनो, यात्रा बंद करो, कोविड फैल रहा है, सब बहाने हैं। हिंदुस्तान की शक्ति से, हिंदुस्तान की सच्चाई से ये लोग डर गए हैं। ये सच्चाई। राहुल गांधी जी का यात्रा को डरे नहीं और जिंदगी भर यात्रा करते रहे, हमारा कोई आपत्ति नहीं है। जिंदगी भर देश को जोड़ने के लिए यात्रा करो बोलो। जिधर इधर राहुल गांधी जी यात्रा कर रहे, भारत को जोड़ो यात्रा, उधर कांग्रेस पार्टी को छोड़ रहे, कांग्रेस पार्टी के लोग, इसलिए हमारा कोई आपत्ति नहीं है, यात्रा करते रहो, मगर यही बताए थोड़ा कोविड प्रोटोकॉल पालन। ਕੇਂਦਰੀ ਲੀਡਰਸ਼ਿਪ ਨੇ ਲਾਈਨ ਸਪਸ਼ਟ ਕੀਤੀ ਤਾਂ ਸਟੇਟ ਲੀਡਰ ਵੀ ਇਸ ਇਲਜ਼ਾਮ ਤਰਾਸ਼ੀਆਂ ਵਾਲੀ ਲੜਾਈ ਦੇ ਵਿੱਚ ਕੁੱਦ ਪਏ। ਹੁਣ ਕੇਂਦਰ ਦੀਆਂ ਲੱਤਾਂ ਕੰਮਣ ਲੱਗ ਪਈਆਂ ਰਾਹੁਲ ਗਾਂਧੀ ਦੀ ਚਾਲ ਨੂੰ ਵੇਖਦਿਆਂ ਹੋਇਆ। 4000 ਕਿਲੋਮੀਟਰ ਦਾ ਸਫ਼ਰ ਤੈਅ ਕਰ ਰਿਹਾ। ਜੋ ਰਿਸਪੌਂਸ ਰਾਹੁਲ ਗਾਂਧੀ ਨੂੰ ਮਿਲਿਆ ਭਾਰਤ ਜੋੜੋ ਯਾਤਰਾ ਦੇ ਵਿੱਚ, ਇਸ ਤੋਂ ਡਰਦਿਆਂ ਹੋਇਆ ਹੁਣ ਕੋਵਿਡ ਦਾ ਰੌਲਾ ਪਾ ਰਿਹਾ, ਕੋਵਿਡ ਦਾ ਵਾਸਤਾ ਦੇ ਰਿਹਾ। ਸੋ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਕੁਝੀਆਂ ਹਰਕਤਾਂ ਬਹੁਤ ਵਾਰ ਕੇਂਦਰ ਨੇ ਚੱਲੀਆਂ। ਰਾਹੁਲ ਜੀ ਕਹਿ ਰਹੇ ਕਿ ਮੋਦੀ ਜੀ ਮੇਰੀ ਯਾਤਰਾ ਰੋਕਣਾ ਚਾਹੁੰਦੇ ਆ। ਜਿਹੜੀ ਯਾਤਰਾ ਦਾ 4 ਤੋਂ 5000 ਲੋਕਾਂ ਤੇ ਅਸਰ ਨਹੀਂ ਪੈਂਦਾ, ਉਸ ਯਾਤਰਾ ਨੂੰ ਕਿਉਂ ਰੋਕੂਗੀ ਬੀਜੇਪੀ? ਉਹਨਾਂ ਦੀ ਯਾਤਰਾ ਦਾ ਕੋਈ ਪ੍ਰਭਾਵ ਨਹੀਂ। ਹਾਂ, ਜੇ ਬਿਮਾਰੀ ਫੈਲਾਊਗੀ, ਕੋਵਿਡ ਫੈਲ ਜਾਏਗਾ ਤੇ ਇੱਕ ਦੂਜੇ ਤੋਂ ਲੱਗਦੀ ਹੈ ਬਿਮਾਰੀ, ਤਾਂ ਫਿਰ ਬਹੁਤ ਪ੍ਰਭਾਵ ਪਏਗਾ, ਲੋਕਾਂ ਦੀਆਂ ਜਾਨਾਂ ਜਾਣਗੀਆਂ। ਇਹ ਪਹਿਲੀ ਵਾਰ ਨਹੀਂ ਜਦੋਂ ਕੋਵਿਡ ਨੂੰ ਲੈ ਕੇ ਸਿਆਸਤ ਹੋਈ ਹੋਵੇ। ਕੋਵਿਡ ਦੇਸ਼ ਦੇ ਅੰਦਰ ਸ਼ੁਰੂ ਤੋਂ ਹੀ ਬਿਮਾਰੀ ਤੋਂ ਵੱਧ ਸਿਆਸੀ ਮੁੱਦਾ ਰਿਹਾ ਹੈ। ਬਿਊਰੋ ਰਿਪੋਰਟ, ਨਿਊਜ਼ 18। ਤਾਂ ਸਿਆਸਤ ਤਾਂ ਖੂਬ ਇੱਕ ਵਾਰ ਫਿਰ ਤੋਂ ਹੁੰਦੀ ਹੋਈ ਨਜ਼ਰ ਆ ਰਹੀ ਹੈ। ਕਰੋਨਾ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਪਹਿਲੀ ਲਹਿਰ ਆਈ, ਦੂਜੀ ਲਹਿਰ ਆਈ, ਤਾਂ ਉਸ ਸਮੇਂ ਵੀ ਸਿਆਸੀ ਬਿਆਨਬਾਜ਼ੀਆਂ ਤਾਂ ਨਹੀਂ ਰੁਕੀਆਂ। ਖੈਰ, ਇਸ ਸਭ ਦੇ ਵਿਚਾਲੇ ਰਾਹੁਲ ਗਾਂਧੀ ਦੀ ਯਾਤਰਾ, ਭਾਰਤ ਜੋੜੋ ਯਾਤਰਾ ਵੀ ਫਿਲਹਾਲ ਨਹੀਂ ਰੁਕੀ ਹੈ ਤੇ ਉਹ ਜਲਦ ਹੀ ਜਨਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਪੰਜਾਬ ਵੀ ਐਂਟਰ ਕਰੇਗੀ। ਤਾਂ ਠੰਡ ਦੇ ਮੌਸਮ ਦੇ ਵਿੱਚ ਰਾਹੁਲ ਗਾਂਧੀ ਦੇ ਵੱਲੋਂ ਟੀ-ਸ਼ਰਟ ਦੇ ਵਿੱਚ ਯਾਤਰਾ ਕਰਨ ਦੇ ਉੱਤੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਤੰਜ ਕੱਸਿਆ। ਜੇਪੀ ਦਲਾਲ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਦੇਸ਼ ਹਿੱਤ ਦੇ ਵਿੱਚ ਦੱਸਣਾ ਚਾਹੀਦਾ ਹੈ ਕਿ ਉਹ ਕਿਹੜੀ ਦਵਾਈ ਖਾਂਦੇ ਨੇ ਜਿਸ ਦੇ ਨਾਲ ਉਹਨਾਂ ਨੂੰ ਠੰਡ ਨਹੀਂ ਲੱਗਦੀ। ਇਸ ਨਾਲ ਠੰਡੇ ਇਲਾਕਿਆਂ ਦੇ ਵਿੱਚ ਦੇਸ਼ ਦੀ ਸੇਵਾ ਕਰ ਰਹੀ ਫੌਜ ਨੂੰ ਫਾਇਦਾ ਹੋਵੇਗਾ। लोग मैं जहाँ जहाँ जाता हूँ एक चीज़ का सवाल जरूर पूछते हैं कि सर्दी के मौसम में ऐसे कौन सी दवाई राहुल जी खाते हैं, एक टी शर्ट में वो ठंड नहीं लगती। अगर ये फार्मूला हमारे सैनिकों में जो हिमालय पर रहते हैं उनको भी मिल जाए तो बड़ा अच्छा वो योगदान होगा उनका भी देश के प्रति।
बाकी लोग मैं देखता हूं कि सब सर्दी में गर्म कपड़ों में रहते हैं और वो अकेले ऐसे नेता हैं जो इतनी ठिठुरती हुई सर्दी में भी टी शर्ट में रहते हैं। तो जरूर उनके पास कोई फार्मूला होगा, वो देश की सेना खैर सियासी तंज ਤਾਂ ਜਾਰੀ ਨੇ, ਪਰ ਇਸ ਸਭ ਦੇ ਵਿਚਾਲੇ ਰਾਹੁਲ ਗਾਂਧੀ ਦੀ ਯਾਤਰਾ ਜਾਰੀ ਹੈ ਔਰ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਪੰਜਾਬ 'ਚ ਵੀ ਐਂਟਰ ਕਰੇਗੀ। ਹੁਣ ਅੱਗੇ ਵਧਦੇ ਹਾਂ ਤੇ ਗੱਲ ਸਰਹੱਦ ਦੀ ਕਰਾਂਗੇ। ਸਰਹੱਦੀ ਇਲਾਕਿਆਂ ਦੇ ਵਿੱਚ ਹੁੰਦੀ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਪਾਕਿਸਤਾਨ ਤੋਂ ਹੁੰਦੀ ਹੈ, ਇਹ ਤਾਂ ਬਹੁਤ ਵਾਰ ਖੁਲਾਸਾ ਹੋਇਆ, ਪਰ ਭਾਰਤ ਵਾਲੇ ਪਾਸੇ ਇਸ ਸਪਲਾਈ ਦੇ ਵਿੱਚ ਕੌਣ-ਕੌਣ ਰਲਿਆ ਹੋਇਆ ਹੈ, ਕਿਉਂਕਿ ਜੇਕਰ ਡਰੋਨ ਹਥਿਆਰ ਜਾਂ ਫਿਰ ਨਸ਼ੇ ਦੀ ਖੇਪ ਸਰਹੱਦ ਦੇ ਇਸ ਪਾਰ ਲਿਆ ਕੇ ਸੁੱਟ ਦਿੰਦਾ ਹੈ ਤਾਂ ਫਿਰ ਉੱਥੋਂ ਵੀ ਕੋਈ ਚੁੱਕਦਾ ਹੈ ਜੋ ਭਾਰਤ ਦੇ ਵਿੱਚ ਹਿੰਦੁਸਤਾਨ 'ਚ ਮੌਜੂਦ ਹੈ ਤੇ ਅੱਗੇ ਸਪਲਾਈ ਹੁੰਦੀ ਹੈ, ਤਾਂ ਇਸ ਦਾ ਮਤਲਬ ਕਿ ਇੱਥੇ ਵੀ ਉਹ ਲੋਕ ਹੈਗੇ ਨੇ ਜੋ ਦੇਸ਼ ਦੇ ਦੁਸ਼ਮਣਾਂ ਦੀ ਮਦਦ ਕਰ ਰਹੇ ਨੇ। ਜੀ ਹਾਂ, ਸਪਲਾਈ ਦੇ ਵਿੱਚ ਕੌਣ-ਕੌਣ ਰਲਿਆ ਹੈ, ਇਸ ਨੂੰ ਲੈ ਕੇ ਵੀ ਵੱਡੇ ਖੁਲਾਸੇ ਹੋਏ ਨੇ। बीएसएफ ਤੇ ਪੁਲਿਸ ਨੂੰ ਸਾਂਝੇ ਆਪਰੇਸ਼ਨ ਦੌਰਾਨ ਸਰਹੱਦ ਤੇ ਨਸ਼ੇ ਦੀ ਸਪਲਾਈ ਦੀ ਇੱਕ ਅਹਿਮ ਕੜੀ ਹੱਥ ਲੱਗੀ ਹੈ, ਜਿਸ ਤੋਂ ਹੋਣ ਵਾਲੇ ਖੁਲਾਸੇ ਤਸਕਰੀ ਦੇ ਵੱਡੇ ਮਗਰਮੱਛਾਂ ਤੱਕ ਵੀ ਪਹੁੰਚਾ ਸਕਦੇ ਨੇ। ਪੁਲਿਸ ਨੇ ਇੱਕ ਤਸਕਰ ਨੂੰ ਕਾਬੂ ਕੀਤਾ ਹੈ, ਜਿਸ ਤੇ ਇਲਜ਼ਾਮ ਨੇ ਕਿ ਉਹਨਾਂ ਸਰਹੱਦ ਪਾਰੋਂ ਪਾਕਿਸਤਾਨ ਤੋਂ ਨਸ਼ਾ ਮੰਗਵਾਇਆ, ਜਿਸ ਨੂੰ ਰਿਮਾਂਡ ਤੇ ਲਿਆ ਹੋਇਆ ਹੈ। ਮੁਲਜ਼ਮ ਦਾ ਨਾਮ ਕੁਲਦੀਪ ਸਿੰਘ ਦੱਸਿਆ ਜਾ ਰਿਹਾ ਹੈ ਤੇ ਉਹ ਅਜਨਾਲਾ ਦੇ ਪਿੰਡ ਪੱਖਾ ਤਾਰਾ ਸਿੰਘ ਦਾ ਰਹਿਣ ਵਾਲਾ ਹੈ। ਕੁਲਦੀਪ ਸਿੰਘ ਦੀ ਗ੍ਰਿਫਤਾਰੀ ਦਸੰਬਰ ਦੀ 20 ਤਰੀਕ ਨੂੰ ਹੋਈ ਸੀ, ਜਿਸ ਦੇ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। 28 ਨਵੰਬਰ ਨੂੰ ਮਿਲੀ ਹੋਈ ਹੈਰੋਇਨ ਦੇ ਵਿੱਚ ਵੀ ਕੁਲਦੀਪ ਦਾ ਹੱਥ ਦੱਸਿਆ ਜਾ ਰਿਹਾ ਹੈ। 28 ਨਵੰਬਰ ਨੂੰ 7 ਕਿਲੋ ਹੈਰੋਇਨ ਦੀ ਖੇਪ ਜ਼ਬਤ ਕੀਤੀ ਗਈ ਸੀ ਤੇ ਪਿੰਡ ਕਲਸ ਦੇ ਵਿੱਚ ਇਹ 7 ਕਿਲੋ ਹੈਰੋਇਨ ਸਪਲਾਈ ਕੀਤੀ ਗਈ ਸੀ। 28 ਤਰੀਕ ਨੂੰ 28/11 ਨੂੰ ਇੱਕ ਰਿਕਵਰੀ ਹੋਈ ਸੀ ਤਕਰੀਬਨ 7 ਕਿਲੋ ਹੈਰੋਇਨ ਦੀ, ਉਹ ਵੀ ਇਸੇ ਪਿੰਡ ਦੇ ਵਿੱਚ ਕਲਸ ਦੇ ਵਿੱਚ ਹੀ ਹੋਈ ਸੀ। ਉਹਦੇ ਮੁਕੱਦਮੇ ਦੀ ਤਫਤੀਸ਼ ਚੱਲ ਰਹੀ ਹੈ। ਉਸ ਦੇ ਤਫਤੀਸ਼ ਦੇ ਦੌਰਾਨ ਇੱਕ ਕੁਲਦੀਪ ਸਿੰਘ ਕਿਹੜਾ ਪਿੰਡ ਪੱਖਾ ਤਾਰਾ ਸਿੰਘ ਅਜਨਾਲੇ ਦਾ ਇੱਕ ਸ਼ਖਸ ਹੈ, ਉਹਨੂੰ 20 ਤਰੀਕ ਨੂੰ ਗ੍ਰਿਫਤਾਰ ਕੀਤਾ ਸੀ। ਉਹਦੇ ਰਿਮਾਂਡ ਦੇ ਦੌਰਾਨ ਉਹਦੇ ਤੋਂ ਜਿਹੜੀ ਹੈਗੀ ਹੈ 300 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈ ਤੇ ਜਿਹੜੀ ਪਹਿਲਾਂ ਵਾਲੀ ਕੰਸਾਈਨਮੈਂਟ ਹੈ ਉਹ ਵੀ ਉਸੇ ਨੇ ਹੈਂਡਲ ਕੀਤੀ ਸੀ, ਜਿਹੜੀ 6-7 ਕਿਲੋ ਵਾਲੀ ਹੈ, ਤੇ ਅੱਗੇ ਉਹਨੇ ਡਿਸਟ੍ਰੀਬਿਊਸ਼ਨ ਜਿਹੜੀ ਕੀਤੀ ਹੈ। ਉਹ ਫਰਦਰ ਹੁਣ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਹੋਰ ਲੀਡਸ ਮਿਲਣਗੀਆਂ ਉਹਨਾਂ ਨੂੰ ਅਸੀਂ ਫੋਲੋ ਕਰ ਰਹੇ ਹਾਂ। ਦਰਅਸਲ ਬੀਤੇ ਦਿਨੀ ਬੀਐਸਐਫ ਦੀ 101 ਬਟਾਲੀਅਨ ਦੇ ਜਵਾਨਾਂ ਨੇ ਬੀਓਪੀ ਹਰਭਜਨ ਸਿੰਘ ਤੇ ਪਾਕਿਸਤਾਨ ਵਾਲੇ ਪਾਸੋਂ ਆਉਂਦੇ ਡਰੋਨ ਦੀ ਹਲਚਲ ਵੇਖੀ ਤਾਂ ਫਾਇਰਿੰਗ ਕਰਕੇ ਇਸ ਨੂੰ ਡੇਗ ਦਿੱਤਾ ਤੇ ਹੁਣੇ ਵੱਡੇ ਖੁਲਾਸੇ ਕੀਤੇ ਨੇ। ਪਿੰਡ ਕਲਸ ਬੀਓਪੀ ਹਰਭਜਨ ਦੇ ਨੇੜੇ ਇੱਕ ਮੂਵਮੈਂਟ ਡਰੋਨ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੇ 101 ਬਟਾਲੀਅਨ ਦੇ ਮੌਕੇ ਤੇ ਜਿਹੜੀ ਡਿਪਲੋਇਮੈਂਟ ਹੈਗੀ ਹੈ ਉਹਨਾਂ ਨੇ ਇਹਨੂੰ ਰਿਐਕਟ ਕਰਦੇ ਹੋਏ ਫਾਇਰ ਕੀਤਾ ਤੇ ਇਹ ਜਿਹੜਾ ਹੈਗਾ ਡਰੋਨ ਰਾਤੀ ਗਿਰ ਗਿਆ। ਉਸੇ ਟਾਈਮ ਜਿਹੜੀ ਲੋਕਲ ਪੁਲਿਸ ਐਕਟੀਵੇਟ ਹੋਈ ਤਾਂ ਜੁਆਇੰਟ ਸਰਚ ਆਪਰੇਸ਼ਨ ਚਲਾਇਆ ਗਿਆ। ਅੱਜ ਸਵੇਰ ਡਿਊਰਿੰਗ ਦਿਸ ਜੁਆਇੰਟ ਸਰਚ ਆਪਰੇਸ਼ਨ ਇੱਕ ਡਰੋਨ ਜਿਹੜਾ ਕਿ ਕੁਆਡਕਾਪਟਰ ਹੈ, ਜਿਹੜਾ ਡਰੋਨ ਬੀਐਸਐਫ ਨੇ ਬਰਾਮਦ ਕੀਤਾ ਹੈ ਇਸ ਦਾ ਨਾਮ ਕੁਆਡਕਾਪਟਰ ਹੈ। ਇਸ ਡਰੋਨ ਦੀ ਖਾਸੀਅਤ ਦੀ ਗੱਲ ਕਰੀਏ ਤਾਂ 3.5 ਕਿਲੋ ਤੋਂ ਲੈ ਕੇ 5 ਕਿਲੋ ਤੱਕ ਭਾਰ ਚੁੱਕ ਕੇ ਲਿਜਾ ਸਕਦਾ ਹੈ ਤੇ ਇਸ ਨੂੰ ਫਾਇਰਿੰਗ ਤੋਂ ਬਾਅਦ ਡੇਗ ਦਿੱਤਾ ਗਿਆ ਸੀ, ਜਦਕਿ ਹੁਣ ਫੋਰੈਂਸਿਕ ਜਾਂਚ ਦੇ ਲਈ ਇਸ ਨੂੰ ਲੈਬ ਦੇ ਵਿੱਚ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਡਰੋਨ ਦੇ ਨਾਲ ਸਿਰਫ ਨਸ਼ਾ ਹੀ ਨਹੀਂ ਸਗੋਂ ਹਥਿਆਰ ਵੀ ਸਰਹੱਦੀ ਇਲਾਕੇ ਵਿੱਚ ਸਪਲਾਈ ਹੁੰਦੇ ਨੇ। ਤਾਂ ਤਸਕਰ ਡਰੋਨ ਦਾ ਇਹ ਨਵਾਂ ਤਰੀਕਾ ਡਰੱਗ ਤਸਕਰੀ ਦੇ ਲਈ ਵਰਤ ਰਹੇ ਨੇ, ਜਿਨ੍ਹਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਬੀਐਸਐਫ ਨੇ ਰਿਕਾਰਡ ਤੋੜ ਮੂੰਹ ਤੋੜ ਜਵਾਬ ਦਿੱਤਾ ਹੈ। ਅਜਨਾਲਾ ਤੋਂ ਸਿਧਾਰਥ ਅਰੋੜਾ ਦੀ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਡਰੋਨ ਇੱਕ ਵੱਡੀ ਸਮੱਸਿਆ ਤਾਂ ਲਾਜ਼ਮੀ ਤੌਰ ਤੇ ਬਣੀ ਹੋਈ ਹੈ ਕਿ ਡਰੋਨ ਦੇ ਜ਼ਰੀਏ ਜੋ ਸਪਲਾਈ ਹੋ ਰਹੀ ਹੈ ਉਹ ਕਿਵੇਂ ਰੁਕੇਗੀ, ਤੇ ਉਸ ਤੋਂ ਵੀ ਵੱਡਾ ਚੈਲੰਜ ਹੈ ਕਿ ਜਿਹੜੇ ਦੇਸ਼ ਦੇ ਵਿੱਚ ਬੈਠੇ ਹੋਏ ਸਪਲਾਇਰ ਜਾਂ ਤਸਕਰ ਨੇ ਉਹਨਾਂ ਦੇ ਉੱਤੇ ਕਿਵੇਂ ਲਗਾਮ ਲਗਾਈ ਜਾਵੇ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਹੈ ਚੰਡੀਗੜ੍ਹ ਤੋਂ। ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੀ ਮੀਟਿੰਗ ਦੇ ਵਿੱਚ ਹੰਗਾਮਾ ਹੋ ਗਿਆ ਤੇ ਹੰਗਾਮੇ ਨੂੰ ਦੇਖ ਕੇ ਮੇਅਰ ਨੂੰ ਉੱਥੇ ਮਾਰਸ਼ਲ ਵੀ ਬੁਲਾਉਣੇ ਪਏ। ਮਾਰਸ਼ਲਾਂ ਨੇ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਨੂੰ ਮੀਟਿੰਗ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਆਮ ਆਦਮੀ ਪਾਰਟੀ ਦੇ ਕਾਉਂਸਲਰਾਂ ਨੇ ਮਾਰਸ਼ਲਾਂ ਨੂੰ ਬੀਜੇਪੀ ਦੇ ਗੁੰਡੇ ਕਰਾਰ ਦੇ ਦਿੱਤਾ। ਮੇਅਰ ਦੇ ਕਾਰਜਕਾਲ ਦੀ ਆਖਰੀ ਮੀਟਿੰਗ ਸੀ ਇਹ, ਜਿਸ ਦੇ ਵਿੱਚ ਹੰਗਾਮਾ ਹੋਇਆ ਔਰ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ।
उन्होंने अपना मेयर बना लिया और पूरे साल में क्या रिजल्ट सामने आया है, उन्होंने हमारा किस चीज में साथ दी है। वेरी फर्स्ट हम उन पानी के एजेंडे को लेके वो कह रहे थे हम आपके साथ थे, वहाँ एडवाइजर के पास जाके वो मूक बनी रही, उन्होंने 2 शब्द भी नहीं बोले और पानी के रेट बढ़ गए। आज हम इसीलिए जनता की आवाज को उठाते हुए आज हम पहले कह रहे थे हम एजेंडे बाद में लाएंगे, पहले हमारा ये वाला एजेंडा पास करो कि आप ये रेट नहीं बढ़ने दोगे। इन्होंने क्या किया, बिना वर्दी के, बिना अनाउंसमेंट को मार्शल आ गए, फिर उन्होंने फटाफट अपनी आइडेंटिटी कार्ड मार्शल लिख के उनको लगा दिया। आज हम बिल्कुल शांति में रहे, हम किसी से लड़ने नहीं, कुछ किसी को गलत नहीं कह रहे थे। बहुत जबरदस्ती हमें 4 लोगों ने उठा के जबरदस्ती धक्के से उठा के ले आया। वो इसलिए ले आए कि जो इनके एजेंडे हैं, जो हम इनको पता है एजेंडे हमारे पास नहीं हो सकते, कि इनको बाहर निकाल दें जाए ताकि हम अपने उनके वोट ज्यादा बन जाए, अपने उनके एजेंडे पास हो सके। ये सिर्फ सरसार धक्काशाही हो रही है। इन्होंने पहले तो एजेंडा ले आना, बाद में कहने हम डेफर कर देंगे। पहले पानी के रेट बढ़ गए, इन्होंने कहा मैंने तो आपकी आवाज उठाई, मगर सुनी किसने। ये सिर्फ राजनीति के एजेंडे हैं, कोई डेवलपमेंट नहीं है, पब्लिक को गुमराह कर रहे हैं। ਨਗਰ ਨਿਗਮ ਦੀ ਮੀਟਿੰਗ ਦੇ ਵਿੱਚ ਜ਼ਬਰਦਸਤ ਹੰਗਾਮਾ ਉੱਥੇ ਹੋਇਆ ਤੇ ਮਾਰਸ਼ਲਸ ਨੂੰ ਫਿਰ ਸੱਦ ਲਿਆ ਗਿਆ। ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਸੀ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਮੇਅਰ ਨੇ ਮਾਰਸ਼ਲਸ ਨੂੰ ਸੱਦਿਆ ਤੇ ਉਸ ਤੋਂ ਬਾਅਦ ਮਾਰਸ਼ਲਾਂ ਨੇ ਜਿਹੜੇ ਉੱਥੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਸੀ ਉਹਨਾਂ ਨੂੰ ਬਾਹਰ ਕੱਢ ਦਿੱਤਾ। ਉਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਹੁਣ ਅੱਗੇ ਵਧਦੇ ਹਾਂ ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਐਸਜੀਪੀਸੀ ਨੇ ਜਨਰਲ ਸਕੱਤਰ ਤਖਤ ਸ੍ਰੀ ਪਟਨਾ ਸਾਹਿਬ ਪਹੁੰਚੇ ਨੇ ਔਰ ਜਿੱਥੇ ਉਹਨਾਂ ਨੇ ਪ੍ਰਬੰਧਕ ਕਮੇਟੀ ਦੇ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ 27, 28, 29 ਦਸੰਬਰ ਨੂੰ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੈ ਜੋ ਮਨਾਇਆ ਜਾ ਰਿਹਾ ਉਸ ਦੇ ਸੰਬੰਧ ਦੇ ਵਿੱਚ ਇਹ ਮੀਟਿੰਗ ਕੀਤੀ ਗਈ ਹੈ। काफ़ी बड़ी संगत वहाँ से आ रही है, जैसा मैं यहाँ रहकर देख रहा हूँ। प्रबंध भी उतना है और उसमें जो आपकी सरकार है, नीतीश जी हैं, वो भी अच्छा सहयोग कर रहे हैं। ये भी हम उनके धन्यवादी हैं, ये कर रहे हैं। ज्ञानी हरप्रीत सिंह जी जहदार श्री अकाल तख्त साहब, वो उनका दायित्व बनता है कि वो सभी जगह कहीं चाहे तख्त हो चाहे गुरुद्वारा साहब हो, कहीं भी किसी तरह का मसला बनता है वो उसमें वो अपना योगदान डालते हैं उसको सुलझाने के लिए। सबसे बड़ी बात है कि मर्यादा सही होनी चाहिए और जो प्रकाश पर्व है उसको सही ढंग से मनाना चाहिए। सही ढंग में ये बता दूं कि सभी लोगों को साथ में लेकर, चाहे यहाँ के लोकल हैं, चाहे कोई प्रबंधक है, चाहे प्रबंधक के साथ कोई मनमुटाव भी है किसी का, उन सभी को लेकर, क्योंकि ये सभी के लिए एक है। और जो 5 मेंबरी कमेटी है, आपको जो बता दें, उसमें मेरा गुरचरण सिंह गरेवाल और बाबा मेजर सिंह जी हैं जो तलना दल से हैं, सूरज सिंह जी नलवा साहब हैं और अजीत सिंह जी बारी जो कलकत्ता से हैं और सोनू सिंह जी महाराजा जी। ये तो 5 मेंबर थे अकाल तख्त साहब से वो बनाए गए थे। उनके लिए यहाँ कोऑर्डिनेशन करने के लिए यहाँ से 3 मेंबर जो कमेटी ने दिए हैं वो रवनीत सिंह जी लांबा हैं और जगजीवन सिंह जी हैं पटना से और गुरचरण सिंह बिल्ला टाटा नगर से हैं। ये सभी लोग यहाँ में कोऑर्डिनेट करेंगे। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਹੈ ਬਰਨਾਲਾ ਤੋਂ। ਬਰਨਾਲਾ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਮੁਫਤ ਦੀ ਕਣਕ ਲੈਣ ਦੇ ਲਈ ਲੋਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਲੰਬੀਆਂ ਕਤਾਰਾਂ ਲਗਾਉਣ ਦੇ ਬਾਵਜੂਦ ਕਈ ਖਾਲੀ ਹੱਥ ਹੀ ਘਰ ਪਰਤਦੇ ਨੇ। ਮੁਫਤ ਦੀ ਕਣਕ ਵਾਸਤੇ ਲੰਮੀ ਲਾਈਨ, ਪਰੇਸ਼ਾਨ ਹੋ ਰਹੇ ਲੋਕ। ਤਸਵੀਰਾਂ ਬਰਨਾਲਾ ਦੀਆਂ ਨੇ ਜਿੱਥੇ ਲੋਕਾਂ ਨੂੰ ਮੁਫਤ ਦੀ ਕਣਕ ਲੈਣ ਲਈ ਖੱਜਲ ਖੁਆਰ ਹੋਣਾ ਪਿਆ। ਕਿਸੇ ਨੇ ਮਜ਼ਦੂਰੀ ਛੱਡੀ ਤਾਂ ਕਿਸੇ ਨੇ ਆਪਣੇ ਘਰ ਦਾ ਕੰਮ, ਪਰ ਸਰਕਾਰੀ ਕਣਕ ਛੱਡਣੀ ਮਨਜ਼ੂਰ ਨਾ ਸਮਝੀ। ਲੰਬੀ ਲਾਈਨ 'ਚ ਲੋਕਾਂ ਨੂੰ ਪਰੇਸ਼ਾਨੀ ਵੀ ਹੋਈ ਅਤੇ ਉਹਨਾਂ ਨੇ ਕਣਕ ਦੀ ਘਰ-ਘਰ ਸਪਲਾਈ ਕਰਨ ਦੀ ਮੰਗ ਕੀਤੀ ਅਤੇ ਇਸ ਦੇ ਲਈ ਪੈਸੇ ਦੇਣ ਦੀ ਗੱਲ ਵੀ ਆਖੀ। ਮੈਂ ਬਰਨਾਲੇ ਦੇ ਸਾਰੇ ਡਿਪੂਆਂ ਦੇ ਗੇੜੇ ਮਾਰ ਲਏ, ਮੈਨੂੰ ਕਣਕ ਨਹੀਂ ਮਿਲ ਰਹੀ। ਜਾਣੀ ਮੈਂ ਬਹੁਤ ਪਰੇਸ਼ਾਨ ਹੋ ਗਿਆ ਡਿਪੂਆਂ ਤੋਂ। ਮੈਂ ਚਾਹੁੰਦਾ ਵੀ ਇਹ ਘਰ ਘਰ ਕਣਕ ਸਿਲੰਡਰਾਂ ਵਾਂਗੂ ਆਣੀ ਚਾਹੀਦੀ ਹੈ। ਬਰਨਾਲਾ 'ਚ 25 ਡਿਪੂ ਨੇ ਪਰ ਕਣਕ ਸਿਰਫ 2 ਡਿਪੂਆਂ 'ਚ ਮਿਲ ਰਹੀ ਹੈ, ਜਿਸ ਕਾਰਨ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ। ਮੈਂ ਮਜ਼ਦੂਰ ਹਾਂ, ਦਿਹਾੜੀ ਦੱਪੇ ਕਰਦਾ। ਅੱਜ 3 ਦਿਨ ਹੋ ਗਏ, ਚੌਥਾ ਦਿਨ ਆ। ਮੇਰੇ ਮੂਰੇ 150 ਬੁੜੀਆਂ ਤੇ 150 ਬੰਦੇ ਖੜੇ ਨੇ। 300 ਤੋਂ ਬਾਅਦ ਮੇਰਾ ਨੰਬਰ ਆਊਗਾ। ਉਨੀ ਕਣਕ ਹੈ ਨਹੀਂ ਜਿੰਨੀ ਕਿ ਇੱਥੇ ਲਾਈਨ ਲੱਗੀ ਹੋਈ ਆ। ਕਣਕ ਲਈ ਲਾਈਨ 'ਚ ਲੱਗ ਕੇ ਔਰਤਾਂ ਵੀ ਪਰੇਸ਼ਾਨ ਹੁੰਦੀਆਂ ਨੇ। ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਤੱਕ ਲਾਈਨਾਂ ਲਾਉਂਦੀਆਂ ਨੇ, ਪਰ ਕਣਕ ਨਾ ਮਿਲਣ ਕਾਰਨ ਖਾਲੀ ਹੱਥ ਵਾਪਸ ਪਰਤਣਾ ਪੈਂਦਾ ਹੈ।
6 ਵਜੇ ਦੇ ਇੱਥੇ ਆਏ ਵੀ ਅਸੀਂ ਤੇ 5 ਦੀ ਭੁਗਾ ਤੇ ਇੱਥੇ ਵੀ ਉਹਨਾਂ ਲੈਣਾ ਚ ਖੜੇ ਆ ਅਸੀਂ। ਉਹ ਤਾਂ ਕਹਿੰਦੇ ਸੀ ਵੀ ਘਰੇ ਰਾਸ਼ਨ ਵੰਡ ਕੇ ਜਾਵਾਂਗੇ, ਘਰਾਂ ਦਾ ਕੰਮ ਕਰਦੇ ਹਾਂ 6 ਦਿਨ ਹੋ ਗਏ, ਦਿਹਾੜੀ ਮਾਰਦੇ ਨੇ ਸਾਨੂੰ ਹਟਾ ਕੇ ਬਿਠਾ ਦੇਣਗੇ, ਕਿੱਥੋਂ ਖਵਾਵਾਂਗੇ ਜਵਾਕਾਂ ਨੂੰ? ਉਹੀ ਕਮਾਉਣਾ ਤੇ ਉਹੀ ਖਾਣਾ ਸੀ। ਉਧਰ ਇਸ ਬਾਰੇ ਜਦੋਂ ਡੀਐਫਐਸਓ ਨਾਲ ਗੱਲ ਹੋਈ ਤਾਂ ਉਹਨਾਂ ਇਹਨਾਂ ਲਾਈਨਾਂ ਦਾ ਕਾਰਨ ਲੋਕਾਂ 'ਚ ਕਣਕ ਨਾ ਮਿਲਣ ਦਾ ਡਰ ਦੱਸਿਆ, ਕਿਉਂਕਿ ਇਸ ਵਾਰ ਕਈ ਫੀਸਦੀ ਕਣਕ ਘੱਟ ਆਈ ਏ। ਉਹ 7% 11% ਸਾਡੇ ਕੋਲੇ ਕਣਕ ਘੱਟ ਆ ਤੇ ਉਸ ਕਰਕੇ ਲੋਕਾਂ ਨੂੰ ਇੱਕ ਬੇਵਸਾਹੀ ਜੀ ਦਾ ਮਾਹੌਲ ਬਣਿਆ ਵੀ ਸ਼ਾਇਦ ਅਸੀਂ ਨਾ ਰਹਿ ਜਾਈਏ, ਤਾਂ ਕਰਕੇ ਰਸ਼ ਕਰਦੇ ਨੇ। ਬਾਕੀ ਜਦੋਂ ਐਨਐਫਐਸਏ ਦੀ ਪੂਰੀ ਹੁੰਦੀ ਆ ਉਹਦੇ ਕਦੇ ਵੀ ਭੀੜ ਨਹੀਂ ਹੋਈ ਹੈਗੀ, ਉਦੋਂ ਹਰ ਇੱਕ ਬੰਦੇ ਨੂੰ ਪੂਰੀ ਮਿਲਦੀ ਆੜੀ। ਪ੍ਰਧਾਨ ਮੰਤਰੀ ਕਲਿਆਣ ਯੋਜਨਾ ਦੇ ਤਹਿਤ ਇਹ ਕਣਕ ਵੰਡੀ ਜਾਂਦੀ ਹੈ ਅਤੇ ਵੱਡੀ ਗਿਣਤੀ 'ਚ ਲੋਕਾਂ ਨੂੰ ਇਸ ਦਾ ਲਾਭ ਮਿਲਦਾ ਹੈ, ਜਿਸ ਦੇ ਲਈ ਲੋਕ ਆਪਣੀ ਦਿਹਾੜੀ ਤੱਕ ਛੱਡ ਦਿੰਦੇ ਨੇ, ਪਰ ਲਾਈਨ ਲਗਾ ਕੇ ਮੁਫਤ ਦੀ ਕਣਕ ਜ਼ਰੂਰ ਲੈਂਦੇ ਨੇ। ਬਰਨਾਲਾ ਤੋਂ ਆਸ਼ੀਸ਼ ਸ਼ਰਮਾ, ਨਿਊਜ਼ 18 ਪੰਜਾਬ। ਖੈਰ ਲੋਕਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਹੈ ਉਸ ਕਣਕ ਦੇ ਲਈ ਜੋ ਸੈਂਟਰ ਦੇ ਵੱਲੋਂ ਭੇਜੀ ਗਈ ਹੈ ਤੇ ਕਿਉਂ ਨਹੀਂ ਮਿਲ ਰਹੀ, ਇੱਕ ਵੱਡਾ ਸਵਾਲ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਸਰਕਾਰੀ ਸਕੂਲਾਂ ਦੀ ਤੇ ਪੇਰੈਂਟਸ ਟੀਚਰ ਮੀਟਿੰਗ ਦੀ। ਸਰਕਾਰੀ ਸਕੂਲ ਦੇ ਵਿਦਿਆਰਥੀਆਂ ਤੇ ਮਾਪਿਆਂ ਦੇ ਲਈ ਸੁਨੇਹਾ ਸੀਐਮ ਦੇ ਵੱਲੋਂ ਦਿੱਤਾ ਗਿਆ। ਪੰਜਾਬ ਸਰਕਾਰ ਦੇ ਵੱਲੋਂ 24 ਦਸੰਬਰ ਨੂੰ ਮੈਗਾ ਪੀਟੀਐਮ ਹੈ ਔਰ ਇਹ ਪੀਟੀਐਮ ਹੈ ਸ਼ਨੀਵਾਰ ਨੂੰ, 24 ਦਸੰਬਰ ਹੈ ਸ਼ਨੀਵਾਰ ਨੂੰ, ਔਰ ਮੈਗਾ ਪੀਟੀਐਮ ਦੇ ਲਈ ਸਰਕਾਰੀ ਮੁਲਾਜ਼ਮਾਂ ਨੂੰ 2 ਘੰਟੇ ਦੀ ਛੁੱਟੀ ਹੋਵੇਗੀ। ਸਾਰੇ ਮਾਪਿਆਂ ਨੂੰ ਪੀਟੀਐਮ ਦੇ ਵਿੱਚ ਹਾਜ਼ਰ ਹੋਣ ਦੀ ਅਪੀਲ ਕੀਤੀ ਗਈ ਹੈ। ਸੀਐਮ ਨੇ ਖੁਦ ਅਪੀਲ ਕੀਤੀ ਕਿ ਆ ਕੇ ਤੁਸੀਂ ਜ਼ਰੂਰ ਆਪਣੇ ਬੱਚਿਆਂ ਦੀ ਫੀਡਬੈਕ ਲਵੋ ਤੇ ਬੱਚੇ ਕਿਵੇਂ ਗਰੋ ਕਰ ਸਕਦੇ ਨੇ ਉਹ ਪੇਰੈਂਟਸ ਦੇ ਨਾਲ ਜ਼ਰੂਰ ਗੱਲਬਾਤ ਟੀਚਰ ਵੀ ਕਰਨ। 24 ਦਸੰਬਰ ਦਿਨ ਸ਼ਨੀਵਾਰ ਨੂੰ ਸਾਰੇ ਸਰਕਾਰੀ ਸਕੂਲਾਂ 'ਚ ਇੱਕ ਮੈਗਾ ਪੀਟੀਐਮ ਕਰ ਰਹੀ ਹੈ। ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਜਿੰਨਾ ਯੋਗਦਾਨ ਬੱਚੇ ਦੀ ਪੜ੍ਹਾਈ 'ਚ ਅਧਿਆਪਕ ਦਾ ਹੁੰਦਾ ਹੈ ਉਹਨਾਂ ਮਾਤਾ ਪਿਤਾ ਦਾ ਵੀ ਹੁੰਦਾ ਹੈ। ਇਸ ਕਰਕੇ 24 ਦਸੰਬਰ ਨੂੰ ਤੁਸੀਂ ਆਪਣੇ ਬੱਚੇ ਦੇ ਸਕੂਲ ਜ਼ਰੂਰ ਆਉਣਾ, ਚਾਹੇ ਜਿੰਨਾ ਮਰਜ਼ੀ ਜ਼ਰੂਰੀ ਕੰਮ ਛੱਡਣਾ ਪਵੇ। ਅਨਾਉਂਸਮੈਂਟ ਕਰਦਾ ਕਿ ਜਿਹੜੇ ਸਰਕਾਰੀ ਮੁਲਾਜ਼ਮ ਨੇ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਉਹਨਾਂ ਨੂੰ ਅਸੀਂ 24 ਤਰੀਕ ਨੂੰ ਸ਼ਨੀਵਾਰ ਨੂੰ 2 ਘੰਟੇ ਦੀ ਛੁੱਟੀ ਦੇਵਾਂਗੇ ਤਾਂ ਕਿ ਉਹ ਆਪਣੇ ਬੱਚੇ ਦੇ ਸਕੂਲ 'ਚ ਜਾ ਕੇ ਅਧਿਆਪਕ ਮਾਪੇ ਮਿਲਣੀ ਦੇ ਵਿੱਚ ਹਿੱਸਾ ਲੈ ਸਕਣ। ਆਪਣੇ ਬੱਚਿਆਂ ਦੀ ਪਰਫਾਰਮੈਂਸ ਦੀ ਰਿਪੋਰਟ ਲਓਗੇ, ਘਰੇ ਉਹ ਕੀ ਕਰਦਾ ਇਹ ਵੀ ਦੱਸੋਗੇ, ਸਕੂਲ ਦੇ ਵਿੱਚ ਉਹਦੀਆਂ ਕੀ ਐਕਟੀਵਿਟੀਆਂ ਨੇ ਇਹ ਤੁਹਾਨੂੰ ਅਧਿਆਪਕ ਦੱਸਣਗੇ। ਤਾਂ ਸੀਐਮ ਨੇ ਕਲੀਅਰ ਕੀਤਾ ਕਿ 2 ਘੰਟੇ ਦੀ ਛੁੱਟੀ ਸਰਕਾਰੀ ਮੁਲਾਜ਼ਮਾਂ ਨੂੰ, ਸਿਰਫ ਉਹਨਾਂ ਹੀ ਸਰਕਾਰੀ ਮੁਲਾਜ਼ਮਾਂ ਨੂੰ ਹੈ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਨੇ। ਹੁਣ ਕਿੰਨੇ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਸਰਕਾਰੀ ਸਕੂਲ 'ਚ ਪੜ੍ਹਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਖੈਰ ਸ਼ਨੀਵਾਰ ਨੂੰ ਪੇਰੈਂਟਸ ਤੇ ਟੀਚਰ ਦੀ ਮੀਟਿੰਗ ਹੈ ਔਰ ਇਸ ਮੀਟਿੰਗ ਦੇ ਜ਼ਰੀਏ ਕੋਸ਼ਿਸ਼ ਕੀਤੀ ਜਾਵੇਗੀ ਕਿ ਜਿਹੜੇ ਬੱਚੇ ਨੇ ਉਹ ਕਿਸ ਤਰੀਕੇ ਨਾਲ ਗਰੋ ਕਰ ਸਕਦੇ ਨੇ ਉਸ ਦੇ ਬਾਰੇ ਖੁੱਲ੍ਹ ਕੇ ਗੱਲਬਾਤ ਜ਼ਰੂਰ ਹੋਵੇ।